लगातार ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣੇ ਪੰਜਾਬ ਦੇ ਲੋਕਾਂ ਦੇ ਵਿੱਚ ਘੁੰਮ ਰਹੇ ਹਾਂ। ਜੋ ਮੈਨੂੰ ਫੀਡਬੈਕ ਮਿਲਦੀ ਹੈ, ਜੋ ਲੋਕ ਮੈਨੂੰ ਦੱਸਦੇ ਹੈ, ਜਿਸ ਤਰੀਕੇ ਦੀਆਂ ਮੁਸ਼ਕਲਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਉਹ ਮੈਨੂੰ ਪਤਾ ਲੱਗ ਰਹੀ ਹੈ ਤੇ ਮੈਂ ਇੱਕ ਮੁਸ਼ਕਿਲ ਦਾ ਹੱਲ ਕਰਨ ਲਈ ਵਚਨਬੱਧ ਹੈ ਤੇ ਕਰਨੀ ਹੈ। ਇਹਨਾਂ ਮੁਸ਼ਕਿਲਾਂ ਦੇ ਵਿੱਚ ਇੱਕ ਬਹੁਤ ਵੱਡੀ ਮੁਸ਼ਕਿਲ ਹੈ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਬਿਨਾਂ ਦੀ। ਸੋ ਅਸੀਂ ਉਸ ਦੇ ਵਿੱਚ ਕਾਫੀ ਰਾਹਤ ਦੇਣਾ ਚਾਹੁੰਦੇ ਹਾਂ, ਜਿਹੜੀਆਂ ਇੱਕ ਦੋ ਕਿਸ਼ਤਾਂ ਦੇ ਵਿੱਚ ਅਸੀਂ ਵਾਰ-ਵਾਰ ਮੀਟਿੰਗ ਕਰਕੇ ਡਿਸਕਸ ਕਰਕੇ ਇਹ ਰਾਹਤਾਂ ਦੇਵਾਂਗੇ। ਸਭ ਤੋਂ ਬੜੀ ਜਿਹੜੀ ਸਮੱਸਿਆ ਮੈਂ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਦੇਖੀ ਹੈ ਉਹ ਇਹ ਹੈ ਕਿ ਬਹੁਤ ਸਾਰੇ ਲੋਕਾਂ ਦੇ ਬਿੱਲ ਜ਼ਿਆਦਾ ਆਉਣ ਕਰਕੇ ਉਹ ਜਮ੍ਹਾਂ ਨਹੀਂ ਕਰਾ ਪਾਏ ਤੇ ਉਹਨਾਂ ਦੇ ਮੀਟਰ ਕੱਟ ਗਏ। ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਬਿਨਾਂ ਬਿਜਲੀ ਤੇ ਰਹਿ ਰਹੇ ਆ ਕੁਝ ਬੰਦੇ, ਜਿਨ੍ਹਾਂ ਮੇਰੇ ਦਿਲ ਨੂੰ ਬਹੁਤ ਟੁੰਬਿਆ ਹੈ। ਮੈਨੂੰ ਦੁੱਖ ਹੋਇਆ ਇਸ ਚੀਜ਼ ਦਾ ਕਿ ਬਿਜਲੀ ਦਾ ਮੀਟਰ ਕੱਟਿਆ ਹੋਇਆ ਹੈ ਤੇ ਉਹ ਲੋਕ ਬਿਨਾਂ ਬਿਜਲੀ ਤੋਂ ਰਹਿ ਰਹੇ। ਜੋ ਸਰਕਾਰੀ ਫਿਗਰ ਮੈਨੂੰ ਦਿੱਤੀ ਗਈ ਹੈ 55,000 ਤੋਂ 1 ਲੱਖ ਦੇ ਵਿੱਚ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਕਨੈਕਸ਼ਨ, ਬਿਜਲੀ ਦਾ ਬਿੱਲ ਨਾ ਦੇਣ ਕਰਕੇ ਕੱਟੇ ਹੋਏ। ਸੋ ਉਹਦੇ ਵਾਸਤੇ ਅੱਜ ਅਸੀਂ ਆਪਣੀ ਕੈਬਨਿਟ ਦੇ ਵਿੱਚ ਵਿਸਤਾਰਪੂਰਵਕ ਵਿਚਾਰ ਕੀਤਾ ਹੈ। 2 ਕਿਲੋਵਾਟ ਤੱਕ ਜਿਹੜਾ ਕੰਜ਼ਿਊਮਰ ਹੈ ਉਹ 53 ਲੱਖ ਹੈ ਪੰਜਾਬ ਦੇ ਵਿੱਚ। ਟੋਟਲ 72 ਲੱਖ ਕੰਜ਼ਿਊਮਰ ਹੈ। ਸੋ ਲਗਭਗ 75-80% ਕੰਜ਼ਿਊਮਰ ਹੈ ਜਿਹੜਾ ਉਹ 2 ਕਿਲੋਵਾਟ ਦੇ ਵਿੱਚ ਆ ਜਾਂਦਾ ਹੈ। ਤੇ ਮੈਂ ਜੋ ਸਰਵੇ ਕਰਾਇਆ, ਜੋ ਮੈਂ ਦੇਖਿਆ, ਇਹ ਜਿਹੜੇ ਕੰਜ਼ਿਊਮਰ ਦੇ 2 ਕਿਲੋਵਾਟ ਦੇ ਤੱਕ ਦੇ, ਚਾਹੇ ਉਹਦਾ 1 ਕਿਲੋਵਾਟ ਲੋਡ ਹੈ, ਚਾਹੇ ਉਹਦਾ 500 ਵਾਟ ਲੋਡ ਹੈ, ਚਾਹੇ 1.5 ਕਿਲੋਵਾਟ ਲੋਡ ਹੈ, 2 ਕਿਲੋਵਾਟ ਤੱਕ ਦੇ ਕੰਜ਼ਿਊਮਰ ਜਿੰਨੇ ਹੈਗੇ ਆ ਪੰਜਾਬ ਦੇ ਵਿੱਚ, ਜਿਹੜੇ ਕਿ ਲਗਭਗ 80% ਹੈ ਜਾਂ 75% ਹੈ ਟੋਟਲ ਆਬਾਦੀ ਦੇ, ਉਹਨਾਂ ਦਾ ਪਿਛਲਾ ਜਿਹੜਾ ਬਿੱਲ ਆਇਆ ਉਹਨਾਂ ਦਾ, ਉਹਦੇ ਵਿੱਚ ਇੱਕ ਤਾਂ ਪਿਛਲੇ ਮਹੀਨੇ ਦਾ ਬਿੱਲ ਲਿਖਿਆ ਹੋਇਆ, ਇੱਕ ਬਕਾਏ ਲਿਖੇ ਹੋਏ ਆ ਵੀ ਤੁਸੀਂ ਇੰਨੇ ਦੇ ਡਿਫਾਲਟਰ ਹੋ। ਉਹ ਬਕਾਇਆ ਸਾਰਾ ਉਹਨਾਂ ਲੋਕਾਂ ਦਾ ਅਸੀਂ ਭਰਾਂਗੇ। ਅਸੀਂ ਸਰਕਾਰ ਨੇ ਫੈਸਲਾ ਕਰ ਲਿਆ, ਸਰਕਾਰ ਉਹਨਾਂ ਦਾ ਭਰੇਗੀ। ਤੇ ਨਾਲ ਜਿਨ੍ਹਾਂ ਦੇ ਬਿਜਲੀ ਦੇ ਕਨੈਕਸ਼ਨ ਇਸ ਕਰਕੇ ਕੱਟੇ ਗਏ ਕਿ ਜੀ ਉਹ ਡਿਫਾਲਟਰ ਸੀਗੇ, ਉਹਨਾਂ ਦੇ ਪੈਸੇ ਨਹੀਂ ਜਮ੍ਹਾਂ ਕਰਾ ਹੋਏ, ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਦੁਬਾਰੇ ਲਗਾ ਦਿੱਤੇ ਜਾਣਗੇ ਬਿਨਾਂ ਕੋਈ ਪੈਸਾ ਲਏ। 1500 ਰੁਪਇਆ ਫੀਸ ਹੈ ਦੁਬਾਰੇ ਕਨੈਕਸ਼ਨ ਲਵਾਉਣ ਦੀ, ਉਹ ਵੀ ਉਹਨਾਂ ਦੀ ਅਸੀਂ ਭਰਾਂਗੇ, ਉਹਨਾਂ ਨੂੰ ਕੋਈ ਭਰਨ ਦੀ ਲੋੜ ਨਹੀਂ। ਸੋ ਮੈਂ ਫੇਰ ਕਹਿਣਾ, ਪੰਜਾਬ ਦੇ ਵਿੱਚ 53 ਲੱਖ ਕੰਜ਼ਿਊਮਰ, 53 ਲੱਖ ਪਰਿਵਾਰ ਜਿਨ੍ਹਾਂ ਦੇ ਬਕਾਏ ਖੜੇ, ਜਿਹੜੇ ਬਿਜਲੀ ਦੇ ਬਕਾਏ ਨਹੀਂ ਭਰ ਪਾ ਰਹੇ ਪਿਛਲੇ ਬਿੱਲ ਤੱਕ, ਜਿਹੜਾ ਉਹਨਾਂ ਦਾ ਹੁਣ ਇਸ ਤੋਂ ਪਹਿਲਾਂ ਆਇਆ ਜਦੋਂ ਸਾਡੀ ਸਰਕਾਰ ਇਸ ਨੇ ਹਲਫ ਲਿਆ, ਉਦੋਂ ਤੱਕ ਜਿਹੜੇ ਉਹਨਾਂ ਦੇ ਬਿੱਲ ਆਏ ਹੋਏ ਹੈ, ਉਹਨਾਂ ਦੇ ਵਿੱਚ ਜਿੰਨੇ ਬਕਾਏ ਖੜੇ ਹੈ ਉਹ ਪੰਜਾਬ ਸਰਕਾਰ ਉਹਨਾਂ ਦੇ ਭਰੇਗੀ। ਉਹਨਾਂ ਨੂੰ ਭਰਨ ਦੀ ਲੋੜ ਨਹੀਂ ਹੈ ਕਿਉਂਕਿ ਉਹ ਭਰ ਨਹੀਂ ਪਾ ਰਹੇ, ਕਿਉਂਕਿ ਬਕਾਇਆ ਤਾਂ ਖੜਦਾ ਜੇ ਉਹਦੇ ਸਮਰੱਥਾ ਨਹੀਂ ਹੈ। ਅਸੀਂ ਇਹੀ ਮਾਪਦੰਡ ਰੱਖਿਆ ਹੈ ਕਿ ਬਕਾਇਆ ਤਾਂ ਖੜਾ ਹੈ ਜੇ ਸਮਰੱਥਾ ਨਹੀਂ ਹੈ। ਜਿਹਦੇ ਚ ਬਿੱਲ ਭਰਨ ਦੀ ਸਮਰੱਥਾ ਨਹੀਂ ਹੈ ਉਹਦੇ ਵਾਸਤੇ ਪੰਜਾਬ ਸਰਕਾਰ ਹੈ, ਉਹਦੇ ਵਾਸਤੇ ਮੈਂ, ਉਹਦੇ ਵਾਸਤੇ ਅਸੀਂ ਸਾਰੇ ਜਣੇ ਖੜੇ ਹਾਂ ਤੇ ਉਹਦੇ ਸਾਰੇ ਬਿੱਲ ਅਸੀਂ ਅੱਜ ਪੰਜਾਬ ਸਰਕਾਰ ਨੇ ਭਰਨੇ ਹੈ। ਉਹਨਾਂ ਦੇ ਆਪਣੇ ਬਿੱਲ ਮਾਫ ਹੋ ਗਏ ਹੈ। 55,000 ਹੈ ਕਿ 55 ਲੱਖ ਹੈ? 55 ਲੱਖ ਪਰਿਵਾਰ ਹੈ, 53 ਲੱਖ ਜਿਨ੍ਹਾਂ ਦੇ 2 ਕਿਲੋਵਾਟ ਤੱਕ ਦਾ ਲੋਡ ਹੈ। ਸਾਡੇ ਸਰਕਾਰੀ ਫਿਗਰਾਂ ਦੇ ਅਨੁਸਾਰ ਡਿਫਾਲਟਰ ਉਹਨਾਂ ਦੇ ਜਿੰਨਾ ਕੋਈ ਵੀ ਡਿਫਾਲਟਰ ਹੈ ਜੇ 1 ਰੁਪਏ ਦਾ, ਚਾਹੇ ਉਹ 5,000 ਦਾ, ਚਾਹੇ 50,000 ਦਾ। ਮੈਂ ਦੇਖਿਆ ਕਈ ਤਾਂ 70,000 ਦੇ, 1 ਲੱਖ ਦੇ, 2 ਲੱਖ ਦੇ ਬਿੱਲ ਚੱਕੀ ਫਿਰਦੇ। ਕਿੱਥੇ ਤੇ ਭਰੇਗਾ ਗਰੀਬ ਆਦਮੀ? ਅਪਰੋਕਸੀਮੇਟਲੀ ਕਿੰਨਾ ਲੋਡ ਪਏਗਾ? ਇਹ ਲੋਡ ਅਪਰੋਕਸੀਮੇਟਲੀ 1200 ਕਰੋੜ ਰੁਪਏ ਦੇ ਲਗਭਗ ਪੰਜਾਬ ਸਰਕਾਰ ਨੂੰ ਪੈਣਾ। ਅਜੇ ਇਸ ਤੋਂ ਜ਼ਿਆਦਾ ਹੋ ਸਕਦਾ ਹੈ
ਇਹ ਅਜੇ ਅਸੀਂ ਕਰੀਏ। 5 ਸਾਲ ਤੋਂ ਡਿਫਾਲਟਰ ਹੈ, 3 ਸਾਲ ਤੋਂ। ਮੈਂ ਕਹਿੰਦਾ ਜੀ ਚਾਹੇ ਉਹ ਸਾਰੀ ਉਮਰ ਦਾ ਡਿਫਾਲਟਰ ਹੈ, ਕਿਸੇ ਨੇ ਚਾਹੇ 50 ਸਾਲ ਦੇ ਪੈਸੇ ਨਹੀਂ ਜਮ੍ਹਾਂ ਕਰਾਏ, ਚਾਹੇ 10 ਸਾਲ ਦੇ ਨਹੀਂ ਕਰਾਏ, ਚਾਹੇ 14 ਸਾਲ ਦੇ ਨਹੀਂ ਕਰਾਏ, ਚਾਹੇ 1 ਸਾਲ ਦੇ ਨਹੀਂ ਕਰਾਏ, ਚਾਹੇ 1 ਮਹੀਨੇ ਦੇ ਨਹੀਂ ਕਰਾਏ, ਜਿਹੜਾ ਪਿਛਲਾ ਬਿੱਲ ਆਇਆ ਕਿਸੇ ਦਾ ਉਹਦੇ ਜਿਹੜਾ ਬਕਾਇਆ ਲੱਗ ਕੇ ਆਇਆ ਵਾ ਉਹ ਸਾਰਾ ਮਾਫ। ਕਿੰਨੇ ਕੁ ਸਾਲ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਦਾ ਐਵਰੇਜ ਕਿੰਨੇ ਕੁ ਸਾਲ ਦਾ? ਸਾਰੇ ਮੈਂ ਤਾਂ ਫੇਰ ਕਹਿ ਰਿਹਾ ਤੁਹਾਡੇ ਪਾਸ ਬਕਾਇਆ ਤੁਹਾਡਾ ਜੇ 14 ਸਾਲ ਦਾ ਵੀ ਆ ਰਿਹਾ, ਤੁਹਾਡੇ ਬਿੱਲ ਵਿੱਚ ਆ ਗਿਆ ਨਾ, ਉਹ ਅੱਜ ਤੁਹਾਡੇ ਬਿੱਲ 'ਚ ਖੜਾ ਹੈ। ਉਹ ਜਿਹੜਾ ਤੁਹਾਡਾ ਬਕਾਇਆ ਖੜਾ ਹੈ ਉਹ ਅਸੀਂ ਉਹਨੂੰ ਦੇ ਰਹੇ। ਬਿਜਲੀ ਬੋਰਡ ਨੂੰ ਪੰਜਾਬ ਸਰਕਾਰ ਦੇਗੀ, ਦੇਣਾ ਤਾਂ ਪਏਗਾ ਸਾਨੂੰ, ਮਾਫ ਨਹੀਂ ਹੋਣਾ। ਇਹ 1200 ਕਰੋੜ ਆਏਗਾ ਕਿੱਥੋਂ ਜੀ? 1200 ਕਰੋੜ ਮਹੀਨੇ ਤੋਂ ਹੋ ਗਿਆ, ਸਤੰਬਰ ਹੈ, ਅਕਤੂਬਰ ਹੈ, ਇਹ ਕਦੋਂ ਤੋਂ ਹੋਊਗਾ ਆਪਣਾ ਸ਼ੁਰੂ? ਮੈਂ ਫੇਰ ਦੱਸ ਰਿਹਾ ਜੀ, ਹਰ ਕਿਸੇ ਦਾ ਬਿੱਲ ਕਿਸੇ ਨਾ ਕਿਸੇ ਦਿਨ ਆਇਆ, ਚਾਹੇ 15 ਦਿਨ ਪਹਿਲਾਂ ਆਇਆ, ਚਾਹੇ 1 ਮਹੀਨਾ ਪਹਿਲਾਂ ਆਇਆ, ਚਾਹੇ ਕੱਲ ਆਇਆ। ਹੁਣ ਤੱਕ ਦਾ ਸਾਰਾ ਜਦ ਬਿੱਲ ਆਇਆ ਪਿਛਲਾ, ਅਸੀਂ ਪਿਛਲਾ ਬਕਾਇਆ ਦੇਖਣਾ। ਇਹ ਜਿਹੜੇ ਇਸ ਮਹੀਨੇ ਦਾ ਅਗਲਾ ਉਹਨਾਂ ਦਾ ਪੈਸਾ ਆਏਗਾ ਉਹਨਾਂ ਨੇ ਦੇਣਾ ਹੈ, ਉਹਨਾਂ ਨੇ ਅੱਗੇ ਨੂੰ ਬਿੱਲ ਜਾਰੀ ਦੇਣੇ ਹੈ। ਲੇਕਿਨ ਜਿਹੜਾ ਪੁਰਾਣਾ ਬਕਾਇਆ ਖੜਾ ਹੈ, ਜਿਹੜਾ ਕਿ ਜਿਹਦੇ ਕਰਕੇ ਕੰਦੋਲਾ ਟੱਪਰੀਆਂ ਪਿੰਡ ਉਸ ਤੋਂ ਵੇਵ ਕਰਨ ਵਾਸਤੇ ਫਾਰਮ ਭਰਵਾਉਣਗੇ, ਸਾਡੀ ਕਮੇਟੀ ਦੇਖ ਕੇ ਉਹਨੂੰ ਸੀਐਮ ਸਾਹਿਬ ਇਹਦਾ ਨੋਟੀਫਿਕੇਸ਼ਨ ਕਦ ਕਰ ਦਿੱਤਾ ਜਾਊਗਾ ਜਿਹੜਾ ਸਹੂਲਤ ਇਹ ਜਦ ਮੈਂ ਕਹਿਤਾ ਲਾਸਟ ਡੇਟ ਹੋ ਗਿਆ ਅੱਜ ਬਿੱਲ ਆਇਆ ਹੋਇਆ ਹੈ, ਉਹਦੇ ਜਿੰਨਾ ਬਕਾਇਆ ਖੜਾ ਉਹ ਮਾਫ। ਸੀਐਮ ਸਾਹਿਬ ਕੋਈ ਇਹੋ ਜਿਹਾ ਕਹਿੰਦੇ ਬਕਾਏ ਦਾ ਮਤਲਬ ਫਿਰ ਸਮਝ ਲਓ ਕਿ ਰੈਗੂਲਰ ਬਿੱਲ ਨਹੀਂ, ਜੇ ਇਸ ਮਹੀਨੇ ਦਾ ਆਇਆ ਉਹ ਬਿੱਲ ਨਹੀਂ ਜੋ ਬਕਾਇਆ ਖੜਾ ਹੈ। ਸੀਐਮ ਸਾਹਿਬ ਇਹ ਇਹੋ ਜਿਹਾ ਕੋਈ ਮੈਕੈਨਿਜ਼ਮ ਬਣਾਇਆ ਕਿ ਹੁਣ ਤਾਂ ਤੁਸੀਂ ਬਿੱਲ ਮਾਫ ਕਰ ਦੋਗੇ, ਜੇ 2 ਮਹੀਨੇ ਬਾਅਦ ਫਿਰ ਉਹੀ 50-50 ਹਜ਼ਾਰ ਬਿੱਲ ਆ ਗਏ, ਇਹ ਜਾਣਨ ਦੀ ਕੋਸ਼ਿਸ਼ ਕੀਤੀ ਵੀ ਕਿਉਂ ਬਿੱਲ ਆ ਇਹਦੇ ਰਹੇ? ਬਾਰੇ ਅਗਲੀ ਜਿਹੜੀ ਤੁਸੀਂ ਗੱਲ ਪੁੱਛ ਰਹੇ ਹੋ, ਮੈਂ ਅਗਲੀ ਪ੍ਰੈਸ ਕਾਨਫਰੰਸ ਦੱਸਾਂਗਾ 2 ਜਾਂ 3 ਦਿਨਾਂ ਦੇ ਬਾਅਦ ਕਿ ਕਿਸ ਤਰ੍ਹਾਂ ਐਸੀ ਆਮ ਬੰਦੇ ਦਾ ਜਿਹੜਾ ਬਿੱਲ ਹੈ ਉਹਨੂੰ ਕੰਟਰੋਲ ਕਰ ਰਹੇ ਹੈ, ਤਾਂ ਕਿ ਉਹ ਉਸ ਨੂੰ ਇਹ ਤੁਸੀਂ ਕਿੱਦਾਂ ਚੈੱਕ ਹੋ ਰਿਹਾ ਕਿ ਵੈਸੇ ਹੀ ਪੇ ਕਰ ਰਹੇ ਕਿ ਇਹ ਵੀ ਬੜਾ ਵੱਡਾ ਇਸ਼ੂ देखो ਹੈ। एक सब तो बड़ा चेक ये है कि 2 किलोवाट इकोनॉमिकली क्यों पूरे लेते हैं। ਕਿਸੇ ਨੇ ਮੋਟਰ ਤੇ ਲਾਇਆ ਹੋਵੇ कोई ਆਪਣੇ मिडिल क्लास ਦੇ ਜਿਹੜੇ ਲੋਕ ਹੈ ਹਾਂਜੀ। ਇਹੀ ਥੋੜੀ ਬਿਜਲੀ ਯੂਜ਼ ਕਰ ਸਕਦੇ ਹੈ। ਜਿਹੜੇ ਅਮੀਰ ਆਦਮੀ ਉਹਨਾਂ ਦੇ ਤਾਂ 5-5 ਏਸੀ ਲੱਗੇ ਹੋਏ, ਉਹ ਨਹੀਂ ਅਸੀਂ ਕਰ ਰਹੇ ਚੈੱਕ। 2 ਕਿਲੋਵਾਟ ਜਿਹਦਾ ਲੋਡ ਹੈ, 2 ਕਿਲੋਵਾਟ ਚ ਕਾਫੀ ਕੁਝ ਆ ਜਾਂਦਾ, ਪੱਖੇ ਆ ਜਾਂਦੇ, ਕੂਲਰ ਆ ਜਾਂਦੇ ਤੇ ਕਈ ਉਹ ਵੀ ਕਦ ਤੱਕ ਸ਼ੁਰੂ ਹੋਏਗਾ? ਕਿਉਂਕਿ ਬਿਜਲੀ ਦਾ ਬੜੀ ਛੇਤੀ ਅਸੀਂ ਰੇਤ ਮਾਫੀਆ ਦਾ ਬਿਲਕੁਲ ਖਾਤਮਾ ਕਰਨਾ, ਬੜੀ ਛੇਤੀ, ਚਾਹੇ ਉਹਨੂੰ ਹਫਤਾ ਕਹਿ ਲਓ, ਚਾਹੇ ਬਸ ਅਸੀਂ ਦੇਖੋ ਦਿਨ ਰਾਤ ਮਿਹਨਤ ਵਿੱਚ ਲੱਗੇ ਹੋਏ ਆ ਕਿਸ ਤਰੀਕੇ ਦੇ ਨਾਲ ਸਿਸਟਮ ਨੂੰ ਸੁਧਾਰਿਆ ਜਾਵੇ। ਇੱਕ ਪੁਰਾਣਾ ਨੈਕਸਸ ਹੈ, ਉਹਨੂੰ ਤੋੜਨਾ ਹੈ, ਔਰ ਅਸੀਂ ਉਹਨੂੰ ਤੋੜਨ 'ਚ ਕਾਮਯਾਬ ਹੋ ਰਹੇ ਹਾਂ। ਬੜੀ ਛੇਤੀ ਤੁਸੀਂ ਦੇਖੋਗੇ ਕਿ ਰੇਤ ਮਾਫੀਆ ਖਤਮ ਹੋ ਜਾਣਾ। ਮੈਂ ਨਵੀਂ ਪਾਲਿਸੀ ਲੈ ਕੇ ਆ ਰਿਹਾ, ਉਹਦੀ ਮੇਰੀ ਤਿਆਰੀ ਚੱਲ ਰਹੀ ਹੈ। ਇਹ ਸਾਰੇ ਮਸਲੇ ਹੱਲ ਹੋ ਜਾਣਗੇ, ਤੁਸੀਂ ਵਿਸ਼ਵਾਸ ਰੱਖੋ। ਸੀਐਮ ਸਾਹਿਬ, ਮੈਂ ਵਾਪਸ ਤੁਹਾਨੂੰ ਉਸੇ ਇਸ਼ੂ ਤੇ ਲੈ ਕੇ ਆਉਣਾ ਜਿਹੜਾ ਬਿਜਲੀ ਵਿਭਾਗ ਦੀ ਗੱਲ ਹੈ। 1 ਮਿੰਟ, ਜਿਹੜਾ ਬਿਜਲੀ ਡਿਪਾਰਟਮੈਂਟ ਨੂੰ ਲੈ ਕੇ ਆ, ਇੱਕ ਬਿਜਲੀ ਮਹਿਕਮਾ ਐਸਾ ਹੈ ਜਿਹਦੇ ਚ ਬਿੱਲ ਜਿਹੜੇ ਵੱਧ ਆਉਂਦੇ ਆ ਉਹਨੂੰ ਲੈ ਕੇ ਸ਼ਿਕਾਇਤਾਂ ਆਉਂਦੀਆਂ, ਔਰ ਇਹ ਇੱਕ ਐਸਾ ਮਹਿਕਮਾ ਜਿੱਥੇ ਜਾ ਕੇ ਸਭ ਦੇ ਹੱਥ ਖੜੇ ਹੋ ਜਾਂਦੇ ਵੀ ਉੱਥੇ ਕੋਈ ਸੁਣਵਾਈ ਨਹੀਂ, ਵੱਧ ਆ ਗਿਆ ਤਾਂ ਆ ਗਿਆ। ਕੀ ਉਹ ਸਿਸਟਮ 'ਚ ਕਮੀ ਕਿੱਥੇ ਹੈ? ਉਹ ਸਿਸਟਮ ਅੱਗੇ ਤੋਂ ਠੀਕ ਹੋਵੇਗਾ? ਕਿਉਂਕਿ ਤੁਸੀਂ ਵੀ ਇਦਾਂ ਦੇ ਮਾਮਲੇ ਦੇਖੇ ਹੋਣੇ ਕਿ ਹੱਥ ਖੜੇ ਕਰ ਜਾਂਦੇ ਕਿ ਇਹਦਾ ਨਹੀਂ ਕੁਝ ਹੋ ਸਕਦਾ। ਮੈਂ ਆਪਣੀ ਗੱਲ ਕਹਿ ਲਈ ਹੈ, ਅੱਜ ਮੈਂ ਬਿਜਲੀ ਦੇ ਬਿਨਾਂ ਤੱਕ ਸੀਮਤ ਹੈ, ਲੇਕਿਨ ਇਹ ਇੱਕ ਰਾਹਤ ਦਿੱਤੀ ਹੈ ਜਿਹੜੀ ਕਿ ਆਮ ਗਰੀਬ ਆਦਮੀ ਨੂੰ ਔਰ ਮਿਡਲ ਕਲਾਸ ਦੇ ਲੋਕਾਂ ਨੂੰ ਜ਼ਰੂਰੀ ਸੀ। ਉਹਨਾਂ ਦੇ ਬਿਜਲੀ ਦੇ ਬਿੱਲ ਘੱਟ ਹੋ ਰਹੇ। ਬਿਜਲੀ ਦੇ ਬਾਰੇ ਚ ਮੈਂ ਫਿਰ 2-3 ਦਿਨਾਂ ਦੇ ਬਾਅਦ ਤੁਹਾਡੇ ਨਾਲ ਫਿਰ ਮੁਖਾਤਬ ਹੋਊਂਗਾ ਕਿ ਕਿਸ ਤਰੀਕੇ ਦੇ ਨਾਲ ਚੰਨੀ ਸਾਹਿਬ इस्तीफा दिया उन्होंने, नाराजगी जाहिर की है, उन्होंने इस्तीफा दिया है और उन्होंने अपना एक वीडियो जारी किया है। उसमें कहीं ना कहीं आपके ऊपर निशाना साधा है कि आपने एडवोकेट जनरल, डीजीपी और जो मंत्री हैं दागी, वो आपने अपनी कैबिनेट में शामिल किए और आप ऐसे अफसरों को लगा रहे हैं जिनका इतिहास भी कहीं ना कहीं दागी है। इस बात को लेकर नाराजगी जाहिर करते हुए उन्हें इस्तीफा दे दिया है। इस्तीफे की कॉपी सोनिया गांधी को भेजी है और बाकायदा ट्विटर पर अब लाइव होकर उन्होंने अपना वीडियो भी जारी किया। ਏਜੀ ਔਰ ਡੀਜੀ ਨੂੰ ਸਿੱਧੇ ਤੌਰ ਤੇ ਇਤਰਾਜ਼ ਉਹਨਾਂ ਦਾ। ਦੇਖੋ ਜਿਹੜਾ ਪ੍ਰਧਾਨ ਹੁੰਦਾ है वो हिंदी बोल तो सर लाइव हिंदी में बोल दीजिए। जो प्रधान होता है पार्टी का वो हेड होता है, तो हेड ने परिवार में बैठकर अपनी मजबूती से बात रखकर अपनी बातों को आगे लेकर आना होता है। सो मैंने आज भी
सिद्धू साहब से टेलीफोन पे बात की है कि पार्टी सुप्रीम होती है, सरकार पार्टी की आइडियोलॉजी को मानती है और उसके ऊपर चलती है। आप आओ, बैठकर बात करो। जिस तरीके से आपको कोई गलतियां लग रही हैं वो पहले भी आप कर सकते थे, आप भी आप कर सकते हैं। कोई बंदे से दो लगाए आपने, कोई दो मेंबर बात करने के लिए बात करने के लिए बिहाफ ऑफ द चीफ मिनिस्टर चन्नी साहब के बिहाफ पर उनको बात करने के लिए दो बंदों की कहीं ड्यूटी लगाई है या प्रगट सिंह सिंगला प्रगट सिंह और कई मंत्री साहबान कल गए थे। आज या कल बात हो जाएगी बैठकर, वो उन पे डिपेंड करता है। चन्नी साहब ये तरीका आपके पास हमेशा रास्ते खुले, आप कह रहे हैं कि मैंने फोन पे बात की, लेकिन इस तरह से इस्तीफा देना और उसके बाद वो भी आपसे बात करके आप चीफ मिनिस्टर हैं, सरकार को नुकसान पहुंचाने की कोशिश नहीं है ये? नहीं, कोई कोशिश नहीं है, इंटेंशनल कोई कोशिश नहीं है। वो उनको उनके साथ बात करेंगे बैठकर, जो भी बात होने वाली होगी। क्या ये बना के रखना चाहते हैं सिद्धू साहब की सीट पर ਤੁਹਾਡੇ ਸੀਐਮ ਬਣਨ ਤੋਂ ਬਾਅਦ ਜੋ ਇੱਕ ਮਾਹੌਲ ਪੰਜਾਬ ਦਾ ਬਣਿਆ ਸੀ ਕਿ ਹਾਂ ਚਲੋ ਬੜਾ ਚੰਗਾ ਹੋ ਰਿਹਾ ਹੈ, ਉਹ ਤਾਂ ਸਾਰਾ ਖਤਮ ਹੋ ਗਿਆ ਇੱਕ ਦਿਨ ਦੇ ਅੰਦਰ। ਕੁਛ ਨਹੀਂ ਖਤਮ ਹੁੰਦਾ, ਉਹ ਤੁਸੀਂ ਮਹਿਸੂਸ ਕਰਦੇ ਹੋ ਕਿ ਨਹੀਂ ਕਰਦੇ? ਕੁਛ ਨਹੀਂ ਖਤਮ ਹੁੰਦਾ। ਸਿੱਧੂ ਸਾਹਿਬ ਦਾ ਇੱਕ ਢੰਗ ਠੀਕ ਹੈ, ਤੁਹਾਨੂੰ ਇਸ ਢੰਗ ਨਾਲ ਮੈਂ ਇਸ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਲੇਕਿਨ ਉਹਨਾਂ ਦਾ response ਪੰਜਾਬ ਦੇ ਲੋਕਾਂ ਦੇ ਮਸਲਿਆਂ ਤੋਂ ਮੈਂ ਖਿੜਕਣਾ ਨਹੀਂ ਹੈ। ਸਿੱਧੂ ਸਾਹਿਬ ਦਾ ਮੈਂ ਪੰਜਾਬ ਦੇ ਲੋਕਾਂ ਵਾਸਤੇ ਸੀ। ਜਦੋਂ ਤੁਸੀਂ ਸੀਐਮ ਸਾਹਿਬ ਗੱਲ ਕੀਤੀ ਉਹਨਾਂ ਨਾਲ, ਉਹਨਾਂ ਦਾ ਕੀ ਰਿਸਪੌਂਸ ਸੀ? ਉਹਨਾਂ ਨੇ ਕਿਹਾ ਆਪਾਂ ਬੈਠ ਕੇ ਗੱਲ ਕਰ ਲਾਂਗੇ, ਲੇਕਿਨ ਮੈਂ ਤੁਹਾਨੂੰ, ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਮੈਂ ਤੁਹਾਨੂੰ ਟਾਈਮ ਦੇਵਾਂਗਾ। देखो गल ये है कि एक स्पेशल प्रोसीक्यूटर ऐसी बहुत तगड़ा वकील और उहदे नाल कोई 10 बंदियां दी होर टीम ਲੱਭ ਰਹੇ हैं ਜਿਹੜੇ ਸਾਡੇ ਇੰਪੋਰਟੈਂਟ ਮੈਸੇਜ ਉਹ ਹੈਗੇ ਹੈ ਕੇਸ ਹੈ ਮਾਮਲੇ ਹੈ ਉਹਨਾਂ ਵਾਸਤੇ ਪੇਸ਼ ਹੋਣ ਵਾਸਤੇ ਉਹ ਇੱਕ ਸਪੈਸ਼ਲ ਟੀਮ ਇੱਕ ਸਪੈਸ਼ਲ ਪ੍ਰੋਸੀਕਿਊਟਰ ਲੱਗੇਗਾ ਉਹਦੇ ਅੰਡਰ ਚੱਲੇਗੀ। ਇਸ ਕਰਕੇ ਕਿਸੇ ਤਰ੍ਹਾਂ ਦੇ ਸ਼ੱਕ ਕੇ ਸ਼ਬਾ ਐਟਲੀਸਟ ਮੇਰੇ ਤੇ ਤੁਹਾਨੂੰ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਨਹੀਂ ਹੋਣੇ ਚਾਹੀਦੇ। ਪਾਰਦਰਸ਼ੀ ਸਾਰਾ ਕੁਝ ਕੰਮ ਹੋਏਗਾ। ਜੋ ਸਾਡੇ ਕੁਲੀਗਸ ਨੇ ਯਾਰ ਹੋਰ ਜਿੱਥੇ ਤੋਂ ਸਾਨੂੰ ਫੀਡਬੈਕ ਮਿਲੀ ਕਿਹੜੇ ਲੱਗਣੇ ਚਾਹੀਦੇ ਸੀ ਲਗਾਏ, ਲੇਕਿਨ ਪੰਜਾਬ ਦੇ ਲੋਕਾਂ ਦੇ ਅਨੁਸਾਰ ਹੀ ਫੈਸਲੇ ਹੋਣੇ। ਜੇ ਕਿਸੇ ਨੂੰ ਲੱਗੇਗਾ ਇਹ ਨਹੀਂ ਲਾ ਇਹਨੂੰ ਲਾ, ਮੈਨੂੰ ਕੋਈ ਇਤਰਾਜ਼ ਨਹੀਂ ਹੈ, ਮੇਰੀ ਕੋਈ ਈਗੋ ਨਹੀਂ ਹੈ ਕਿਸੇ ਵੀ ਗੱਲ ਦੇ ਵਿੱਚ। ਮੈਂ ਬਿਲਕੁਲ ਕਲੀਅਰ ਹੈ। ਜਿਸ ਗੱਲ ਦੇ ਨਾਲ ਲੋਕਾਂ ਦੇ ਵਿੱਚ ਕੋਈ ਦੰਦ ਚਰਚਾ ਗਲਤ ਜਾਂਦੀ ਹੈ, ਮੈਂ ਉਸ ਗੱਲ ਤੋਂ ਕਦੇ ਕੋਈ ਵਜੀਦ ਨਹੀਂ ਹੋਣ ਨੂੰ ਤਿਆਰ। ਹਾਂ, ਲੇਕਿਨ ਮੇਰੇ ਜੋ ਮਸਲੇ ਪੰਜਾਬ ਦੇ ਲੋਕਾਂ ਦੇ ਜਿਨ੍ਹਾਂ ਵਾਸਤੇ ਮੈਂ ਲੜਾਈ ਕਰਦਾ ਆ ਰਿਹਾ, ਮੈਂ ਉਹ ਲੜਾਈ ਤੋਂ ਪਿੱਛੇ ਨਹੀਂ ਹਟਾਂਗਾ। 1 ਇੰਚ ਵੀ ਗੁਰੂ ਦੇ ਘਰ ਦੇ ਪਿੱਛੇ ਨਹੀਂ ਹਟਾਂਗਾ। ਕਿਸੇ ਤਰ੍ਹਾਂ ਦੀ ਗਰਦਾਰੀ ਜਾਂ ਕਿਸੇ ਤਰ੍ਹਾਂ ਦੀ ਬੇਈਮਾਨੀ ਜਾਂ ਕਿਸੇ ਤਰ੍ਹਾਂ ਦੀ ਕਰਪਸ਼ਨ ਜਿੰਨੇ ਦਿਨ ਮੈਂ ਮੁੱਖ ਮੰਤਰੀਆਂ ਨਹੀਂ ਹੋਏਗੀ, ਇਹ ਮੈਂ ਬਿਲਕੁਲ ਤੁਹਾਨੂੰ ਵਿਸ਼ਵਾਸ ਡੀਜੀਪੀ ਦੇ ਜੀ ਰਹਿਣਗੇ ਕੰਟੀਨਿਊ ਕਰਨਗੇ। ਚੰਨੀ ਸਾਹਿਬ ਡੀਜੀਐਮ ਸਾਹਿਬ